ਧੰਨ ਵਾਹਿਗੁਰੂ ਸਾਹਿਬ ਜੀ। ਸੋ ਟਿੱਕਾ ਸੋ ਬਹਿਣਾ, ਸੋਈ ਦੀਵਾਨ ਪਿਓ ਦਾਦੇ ਜਿਵੇਹਾ ਪੋਤਾ ਪਰਵਾਨ। ਜਿਨ ਬਾਸ਼ਕ ਨੇਤਰ ਘੱਤਿਆ ਕਰ ਨੇਹੀ ਤਾਣ। ਜਿਨ ਸਮੁੰਦ ਵਿਰੋਲਿਆ ਕਰ ਮੇਰ ਮਧਾਨ। 14 ਰਤਨ ਨਿਕਾਲਿਆਨ ਕੀ ਤੋਣ ਚਾਨਾਨ। ਘੋੜਾ ਕੀਤੋ ਸਹਿਜਦਾ ਜਤ ਕਿਉ ਪਲਾਣ। ਤਨਖ ਚੜਾਇਓ ਸਤ ਦਾ ਜਸ ਹੰਦਾ ਮਾਣ। ਕਾਲ ਵਿੱਚ ਧੂ ਅੰਧਾਰ ਸਾ ਚੜਿਆ ਰਹਿ ਭਾਣਾ। ਸਤਹੁ ਖੇਤ ਜਮਾਇਓ ਸਤਹੁ ਛਾਵਾਨ। ਨਿਤ ਰਸੋਈ ਤੇਰੀ ਐ ਘਿਓ ਮੈਦਾ ਖਾਣ। ਚਾਰੇ ਕੁੰਡਾਂ ਸੁਜੀਓਸ ਮਨ ਮਹਿ ਸ਼ਬਦ ਪਰਵਾਣ। ਆਵਾ ਗੌਣ ਨਿਵਾਰਿਓ ਕਰ ਨਦਰ ਨੀਸ਼ਾਨ। ਅਵਤਰਿਆ ਅਵਤਾਰ ਲੈ ਸੋ ਪੁਰਖ ਸੁਜਾਨ। ਝਖੜ ਵਾਓ ਨਾ ਡੋਲਈ ਪਰਬਤ ਮੇਰਾਣ। ਜਾਣੈ ਬਿਰਥਾ ਜੀ ਕੀ ਜਾਣੀ ਹੂੰ ਜਾਣ। ਕਿਆ ਸਾਲਾਹੀ ਸੱਚੇ ਪਾਤਸ਼ਾਹ ਜਾਂ ਤੂੰ ਸੁਗੜ ਸੁਜਾਣਾ। ਦਾਨ ਜੇ ਸਤਿਗੁਰ ਭਾਵਸੀ ਸੋ ਸੱਤੇ ਦਾਨ। ਨਾਨਕ ਹੰਦਾ ਛਤਰ ਸਿਰ ਉਮਤ ਹੈਰਾਨ। ਸੋ ਟਿੱਕਾ ਸੋ ਬਹਿਣਾ, ਸੋਈ ਦੀਵਾਨ। ਪਿਓ ਦਾਦੇ ਜਿਵੇਹਾ ਪੋਤਰਾ ਪਰਵਾਣਾ। ਸੋ ਟਿੱਕਾ ਸੋ ਬਹਿਣਾ, ਸੋਈ ਦੀਵਾਨ। ਪਿਓ ਦਾਦੇ ਜਿਵੇਹਾ ਪੋਤਰਾ ਪਰਵਾਣਾ। ਜੁਗੋ ਜੁਗ ਅਟਲ ਚਵਰ ਛਤਰ ਤਕ ਦੇ ਮਾਲਕ, ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ। ਸਰਬੇ ਕਾਇਨਾਤ ਦੇ ਪ੍ਰਤਿਪਾਲਕ ਗੁਰਤਾ ਗੱਦੀ ਤੇ ਸੁਭਾਏਮਾਨ। ਧੰਨ 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 ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਕੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਸਤਿਗੁਰੂ ਜੀ ਦੀ ਅਮੋਲਕ ਪਾਵਨ ਬਾਣੀ ਦੀ ਵਿਚਾਰ ਨਾਲ ਜੁੜਨ ਵਾਸਤੇ ਆ ਪਹੁੰਚੇ ਹਾਂ। ਸਤਿਗੁਰੂ ਜੀ ਦੀ ਮਿਹਰ ਸਦਕਾ ਭਾਈ ਬਲਵੰਡ ਰਾਏ ਅਤੇ ਭਾਈ ਸੱਤਾ ਜੀ ਦੁਆਰਾ
ਜੋ ਗੁਰੂ ਘਰ ਦੇ ਅਨਿਨ ਸੇਵਕ ਨੇ, ਗੁਰੂ ਘਰ ਦੇ ਕੀਰਤਨੀਏ ਹਨ, ਇਹਨਾਂ ਦੇ ਦੁਆਰਾ, ਇਹਨਾਂ ਗੁਰਸਿੱਖਾਂ ਦੇ ਦੁਆਰਾ ਉਚਾਰਨ ਕੀਤੀ ਹੋਈ ਰਾਮਕਲੀ ਰਾਗ ਦੀ ਇਸ ਵਾਰ ਦਾ ਪਾਠ ਅਤੇ ਵਿਚਾਰ ਸਾਂਝੀ ਕਰ ਰਹੇ ਹਾਂ। ਹੁਣ ਤੱਕ ਇਸ ਪਾਵਨ ਵਾਰ ਵਿੱਚੋਂ 5 ਪੌੜੀਆਂ ਤੱਕ ਦਾ ਪਾਠ ਅਤੇ ਵਿਚਾਰ ਸਾਂਝਾ ਕੀਤਾ ਹੈ। ਆਓ ਅੱਜ 6ਵੀਂ ਪੌੜੀ ਦੀ ਵਿਚਾਰ ਨਾਲ, ਇਸ ਦੇ ਪਾਠ ਨੁਕਤੇ ਨਾਲ ਅਤੇ ਭਾਵ ਅਰਥਾਂ ਦੇ ਨਾਲ ਜੁੜਨਾ ਕਰੀਏ। ਜਿਤਨੀ ਸੰਗਤ ਗੁਰੂ ਕੀ ਹਜ਼ੂਰੀ ਅੰਦਰ ਆਪ ਪਹੁੰਚੇ ਹੋ, ਗੁਰੂ ਚਰਨਾਂ ਵਿੱਚ ਮਨ ਕਰਕੇ ਹਾਜ਼ਰੀਆਂ ਲਗਵਾਉਂਦੇ ਹੋਏ ਵਿਚਾਰ ਦੀ ਆਰੰਭਤਾ ਕਰੀਏ। ਗੁਰੂ ਬਖਸ਼ੀ ਫਤਿਹ ਨਾਲ ਸਾਂਝ ਪਾਓ। ਪਿਆਰ ਅਦਬ ਸਤਿਕਾਰ ਸਹਿਤ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਰਾਗ ਦੀ ਇਸ ਵਾਰ ਵਿੱਚੋਂ 8 ਪੌੜੀਆਂ ਦੀ ਇਹ ਜਿਹੜੀ ਤੀਜੀ ਵਾਰ ਹੈ, ਇਸ ਵਾਰ ਦੀ ਅੱਜ 6ਵੀਂ ਪੌੜੀ ਦੀ ਵਿਚਾਰ ਨਾਲ ਜੁੜਨ ਲੱਗੇ ਹਾਂ। ਇਸ ਪੌੜੀ ਦਾ ਉਚਾਰਨ ਭਾਈ ਸੱਤਾ ਜੀ ਨੇ ਕੀਤਾ ਹੈ। ਇਹ 8 ਪੌੜੀਆਂ ਦੀ ਕੁੱਲ ਵਾਰ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਲੈ ਕਰਕੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਤੱਕ ਦੀ ਵਿਚਾਰ, ਉਹਨਾਂ ਦੇ ਸੰਬੰਧ ਵਿੱਚ ਇਹ ਪੌੜੀਆਂ ਲਿਖੀਆਂ ਤੇ ਉਚਾਰਨ ਕੀਤੀਆਂ ਗਈਆਂ ਹਨ, ਜਿਹਦੇ ਵਿੱਚੋਂ ਪਹਿਲੀਆਂ 5 ਪੌੜੀਆਂ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਜੀਵਨ ਨੂੰ, ਉਹਨਾਂ ਦੇ ਸਹਿਜ ਨੂੰ, ਉਹਨਾਂ ਦੇ ਪਿਆਰ ਨੂੰ, ਉਹਨਾਂ ਦੀ ਖਲਕਤ ਕਾਇਨਾਤ ਨੂੰ ਤਾਰਨ ਦੀ ਜੁਗਤੀ ਨੂੰ ਦਰਸਾਉਂਦੀਆਂ ਹਨ। ਤੇ ਅੱਜ ਇਸ 6ਵੀਂ ਪੌੜੀ ਦੇ ਅੰਦਰ ਭਾਈ ਸੱਤਾ ਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਉਸ ਜੋਤ ਤੇ ਜੁਗਤੀ ਦੇ ਤੀਜੇ ਵਾਰਸ ਸਤਿਗੁਰੂ ਗੁਰਦੇਵ ਗੁਰ ਅਮਰਦਾਸ ਪਾਤਸ਼ਾਹ ਮਹਾਰਾਜ ਬਾਰੇ ਵਿਚਾਰ ਸਾਂਝੀ ਕੀਤੀ ਹੈ। ਇਸ 6ਵੀਂ ਪੌੜੀ ਦੀਆਂ ਆਰੰਭਿਕ 2 ਪੰਕਤੀਆਂ ਅਤੇ ਅਖੀਰ ਦੀਆਂ 2 ਪੰਕਤੀਆਂ ਬਿਲਕੁਲ ਸਾਂਝੀਆਂ ਹਨ, ਜਿਹਦੇ ਅੰਦਰ ਭਾਈ ਸੱਤਾ ਜੀ ਲਿਖਦੇ ਨੇ, ਸ਼ੁਰੂਆਤ ਹੈ, ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ, ਪਿਉ ਦਾਦੇ ਜੇ ਵਿਹਾ ਪੋਤਾ ਪਰਵਾਨ। ਭਾਈ ਸੱਤਾ ਜੀ ਲਿਖਦੇ ਨੇ ਕਿ ਅੱਜ ਜਿਸ ਵੇਲੇ ਗੁਰ ਅਮਰਦਾਸ ਪਾਤਸ਼ਾਹ ਮਹਾਰਾਜ ਨੂੰ ਗੁਰਤਾ ਗੱਦੀ ਪ੍ਰਾਪਤ ਹੋਈ ਹੈ, ਗੁਰ ਅੰਗਦ ਸਾਹਿਬ ਮਹਾਰਾਜ ਦੀਆਂ ਨਜ਼ਰਾਂ ਵਿੱਚ ਜਦੋਂ ਉਹ ਕਬੂਲ ਹੋਏ ਨੇ, ਜਿਸ ਵੇਲੇ ਉਹਨਾਂ ਨੂੰ ਗੁਰਤਾ ਗੱਦੀ ਦੇ ਲਾਇਕ ਸਮਝ ਕਰਕੇ ਤੇ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਨੂੰ ਦੇ ਦਿੱਤਾ ਗਿਆ, ਤੇ ਆਖਦੇ ਹਨ, ਭਾਈ ਸੱਤਾ ਜੀ ਆਖਦੇ ਨੇ ਵੀ ਮੈਨੂੰ ਇੰਜ ਜਾਪਦਾ, ਮੈਨੂੰ ਇੰਜ ਮਹਿਸੂਸ ਹੋਇਆ ਕਿ ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੀ ਜੋਤ ਗੁਰੂ ਅੰਗਦ ਸਾਹਿਬ ਮਹਾਰਾਜ ਅੰਦਰ ਟਿਕਾ ਕਰਕੇ ਆਪਣਾ ਹੀ ਰੂਪ ਬਣਾ ਦਿੱਤਾ ਸੀ, ਐਵੇਂ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਉਹੀ ਜੋਤ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਅੰਦਰ ਟਿਕਾ ਕਰਕੇ ਤੇ ਉਹਨਾਂ ਨੂੰ ਆਪਣਾ ਰੂਪ ਬਣਾ ਦਿੱਤਾ। ਤੇ ਤਾਂ ਕਰਕੇ ਭਾਈ ਸੱਤਾ ਜੀ ਆਖਦੇ ਹਨ, ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ। हे ਗੁਰੂ ਅਮਰਦਾਸ ਪਾਤਸ਼ਾਹ, ਤੇਰੇ ਮੱਥੇ ਉੱਤੇ ਵੀ ਉਹੀ ਟਿੱਕਾ ਹੈ। ਟਿੱਕਾ ਦਾ ਅਰਥ ਹੈ ਰੱਬੀ ਨੂਰ ਹੈ। ਤੇਰੇ ਮੱਥੇ ਉੱਤੇ ਵੀ ਉਹੀ ਟਿੱਕਾ ਹੈ, ਉਹੀ ਰੱਬੀ ਨੂਰ ਝਲਕਦਾ ਜੋ ਗੁਰੂ ਨਾਨਕ ਸਾਹਿਬ ਤੇ
गुरु अंगद साहिब के मस्तक उत्ते सी। सो बहना तेरा बैठन वाला तख्त भी ओही है। सोई दी बाण दा अर्थ है दरबार, ते उवें ही तेरा दरबार लगदा है, मानो ओही दरबार, ओही टिक्का ते ओही तख्त जिस दा आगाज गुरु नानक साहब ने कीता सी ते जिसनों गुरु अंगद साहब महाराज नूं जिम्मेवारी ने निभाया, ते अज ये जिम्मेवारी दरबार दी, अज ये जिम्मेवारी टिक्के दी गुरु अमरदास पातशाह तुहानूं प्राप्त हुई है। नाल पंक्ति बड़ी प्यारी है, पियो दादे जे विहा पोता परवान। कहन लगे जिवें दा पिता सी, जिवें दा दादा सी, ते उवें दा ही अगों पोतरा है। इत्थे ख्याल करना, गुरु नानक साहब महाराज, गुरु अंगद साहब महाराज ते गुरु अमरदास पातशाह महाराज, इन्हां दा शरीरक तौर ते ये रिश्ता इत्थे नहीं दस्सिया गया भी पिता सी, दादा सी ते पोता सी। ये शरीरक तौर ते रिश्ता नहीं है, क्योंकि जदों असीं इतिहास नूं पढ़दे हां ते सानूं इन्हां तिन्नां दे गुरु साहिबान दे पिता दे वक्खो वखरे नाम पढ़न नूं मिलदे ने। गुरु अंगद साहब महाराज दे पिता दा नाम असीं इसे ही वार विच पढ़िया है, फेर वसाया फेरवान सतगुर खाडूर फेरूमल जी दे पुत्र ने। ते बाबा गुरु अमरदास पातशाह जी दे पिता दा नाम जिहड़ा ओह है तेजपान। ते इत्थे जिहड़ा है शरीरक रिश्ता नहीं दर्शाया, सगों वो रिश्ता जिहड़ा रिश्ता एक गुरु दा सिख नाल हुंदा है, उस रिश्ते नूं ज़ाहिर कीता है। इहदे बाबत मैं बेनती करदिआं, भाई साहब भाई गुरदास जी ने जिस वक्त गुरु रामदास पातशाह महाराज चौथे पातशाह गुरु रामदास पातशाह महाराज जी दे बाबत अपनियां पंक्तियां ज़ाहिर कीतियां ने, अपनी वार भी जिक्र कीता है, ते उथे भी उन्होंने बिल्कुल हूबहू इसे ही तरह की गल नूं सांझा कीता है, जिस विच वो लिखते हैं कि गुरु नानक साहब महाराज वो पड़दादा बन गए ने, गुरु अंगद साहब महाराज दादा बन गए ने, गुरु अमरदास पिता बन गए ने, ते अगे जा करके फिर चौथे की थां दे आ करके ते पड़ोता वो गुरु रामदास पातशाह जी नूं उन्होंने लिखिया। ते जिहदे विच इत्थे भी पिऊ दादे जेवेहा पोता परवान की गल करदिआं होइआं जिहड़ी गल मैं आप जी दे नाल सांझी करन लगा सां कि भाई गुरदास जी ने अपनी वार विच जिक्र कीता है कि पिऊ दादे जेवेहा पड़दादा परवान पड़ोता। उन्होंने पड़ोता चौथा अखर जिहड़ा गुरु रामदास पातशाह महाराज ते वरतिया है। फिर इनू जिहड़ा है भाई साहब भाई गुरदास जी ने सो टिक्का सो बहना सोई सच्चा हुक्म चलाया। ये पंक्ति भाई गुरदास जी दी है, सो टिक्का सो बहना सोई सच्चा हुक्म चलाया। उत्थे भी उन्होंने यही गल जिहड़ी है सांझी कीती है भी जिहड़ी गल इत्थे भाई सत्ता जी आखदे ने पिऊ दादे जेवेहा, जेवा दर्थ है उसे वर्गा ही, जिवें दा पिता है जिवें दा दादा है उवें दा ही अज गुरु अमरदास पोता बन गया है। चेता रखना, सिक्खी सिद्धांत अंदर गुरमत दे दायरे अंदर परिवारवाद नूं बहुता उजागर नहीं किया गया। अज की हुंदा है बहुते थावां दे उत्ते जिवें लीडर आदि हुंदे ने ते केवल परिवारवाद की है भी उन्हां दा पुत्तर अगों फिर लीडर बन जांदा है, दादा भी लीडर सी ते अगे लीडरशिप तुर पैंदी है। ते बहुता थावां ते अज धार्मिक आगू भी कुछ इसे तरह का कर रहे हैं, हालांकि अपने उन्हां पुत्रां दे अंदर उन्हां दे परिवार विच इस अजिहा कोई गुण नहीं भी उस पदवी ते पहुंच जाण। ये परिवारवाद की गल जिहड़ी है ये गुरु नानक साहब ने नहीं की, गुरु अंगद साहब महाराज ने नहीं की, गुरु अमरदास पातशाह ने नहीं कीते। इत्थे जे परिवारवाद की गल की गई है तो सतगुरु की पवित्र बाणी विच असीं सारे ही पढ़ते हाँ, जिहदे विच गुरु नूं ही माता, गुरु नूं ही पिता, गुरु नूं ही भरा, गुरु नूं ही जिहड़ा मित्र भी दस्सिया गया। गुरदेव माता गुरदेव पिता की गल की गई है। फिर असीं बाणी विचों पढ़ते हाँ, जदों धनासरी राग के अंदर गुरु साहिब जी ने कृपा की है तो उथे ये जिक्र साडे नाल साझा कीता है कि असीं सारे दे सारे जिहड़े हाँ वो साडा सारियां दा एक पिता, एकस के हम बारिक तू मेरा गुरहाई।
ਸਾਡਾ ਸਾਰਿਆਂ ਦਾ ਰਿਸ਼ਤਾ ਗੁਰੂ ਦੇ ਨਾਲ ਜਿਹੜਾ ਜੇ ਵੇਖੀਏ ਤੇ ਚੇਤਾ ਰੱਖਣਾ ਸਰੀਰ ਕਰਕੇ ਨਹੀਂ ਹੈ। ਮੈਨੂੰ ਇਸ ਤਰ੍ਹਾਂ ਵੀ ਬੇਨਤੀ ਕਈ ਵਾਰੀ ਸਾਂਝੀ ਕੀਤੀ ਹੈ ਕਿ ਸਿੱਖ ਦਾ ਰਿਸ਼ਤਾ ਜਿਹੜਾ ਹੈ ਉਹ ਗੁਰੂ ਦੇ ਨਾਲ ਸਰੀਰ ਕਰਕੇ ਨਹੀਂ ਹੈ। ਪਹਿਲਾਂ ਸੁਰਤ ਕਰਕੇ ਜੁੜੇਗਾ ਤੇ ਫਿਰ ਸਰੀਰ ਜਿਹੜਾ ਹੈ ਉਹਦੇ ਅੱਗੇ ਨਤਮਸਤਕ ਹੋ ਜਾਵੇਗਾ, ਉਹਦੇ ਅੱਗੇ ਭੇਟਾ ਹੋ ਜਾਵੇਗਾ। ਤੇ ਚੇਤਾ ਰੱਖਣਾ, ਜੇ ਸੁਰਤ ਕਰਕੇ ਗੁਰੂ ਅੱਗੇ ਨਮਸਕਾਰ ਨਹੀਂ ਕੀਤੀ ਤੇ ਕੇਵਲ ਕੱਲਾ ਸੀਸ ਝੁਕਾਇਆ ਤੇ ਉਹ ਪ੍ਰਵਾਨ ਨਹੀਂ ਹੋਵੇਗਾ। ਜੇ ਸੁਰਤ ਕਰਕੇ ਨਹੀਂ ਟਿਕੇ, ਵਿਚਾਰ ਗੁਰੂ ਦੇ ਨਹੀਂ ਅਪਣਾਏ ਤੇ ਕੇਵਲ ਰੋਜ਼ਾਨਾ ਸੀਸ ਪਏ ਝੁਕਾ ਰਹੇ ਹਾਂ ਤੇ ਉਹਨੂੰ ਸਤਿਗੁਰੂ ਬਾਣੀ ਵਿੱਚ ਆਖਦੇ ਨੇ ਇਹਦੀ ਕੋਈ ਪੂਰਨ ਪ੍ਰਵਾਨਗੀ ਨਹੀਂ ਪਵੇਗੀ। ਇੱਥੇ ਜਿਹੜਾ ਜ਼ਿਕਰ ਕੀਤਾ ਹੈ ਪੀਊ ਦਾਦੇ ਜੇਵਿਹਾ ਪੋਤਾ ਪ੍ਰਵਾਨ, ਇੱਥੇ ਵਿਚਾਰ ਜਦੋਂ ਮਿਲੇ ਨੇ, ਸ਼ਬਦ ਜਦੋਂ ਮਿਲੇ ਨੇ, ਉਹਨਾਂ ਸ਼ਬਦਾਂ ਦੇ ਸਦਕਾ ਜਿਹੜਾ ਗੁਰੂ ਅੰਗਦ ਸਾਹਿਬ ਮਹਾਰਾਜ ਗੁਰੂ ਦੀ ਪਦਵੀ ਤੱਕ ਪਹੁੰਚੇ ਨੇ, ਗੁਰੂ ਅਮਰਦਾਸ ਜੀ ਗੁਰੂ ਦੀ ਪਦਵੀ ਤੱਕ ਪਹੁੰਚੇ ਨੇ। ਤੇ ਤਾਂ ਇੱਥੇ ਜਿਹੜਾ ਸਿੱਖੀ ਦਾ ਸਿਧਾਂਤ, ਗੁਰਮਤਿ ਦਾ ਸਿਧਾਂਤ, ਇਹ ਰਿਸ਼ਤਾ ਜਿਹੜਾ ਹੈ ਉਹ ਪੀਊ ਦਾਦੇ ਜੇਵਿਹਾ ਪੋਤਾ ਪ੍ਰਵਾਨ ਦੀ ਗੱਲ ਕੀਤੀ ਗਈ ਹੈ। ਫਿਰ ਮੈਂ ਬੇਨਤੀ ਸਾਂਝੀ ਕਰਦਿਆਂ, ਇੱਥੇ 3 ਜਿਹੜਾ ਹੈ ਗੁਰੂ ਕੁਲ ਦਾ ਜ਼ਿਕਰ ਕਰ ਦਿੱਤਾ ਗਿਆ ਹੈ, ਜਿਹਦੇ ਵਿੱਚ ਦਾਦਾ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਪਿਓ ਗੁਰੂ ਅੰਗਦ ਸਾਹਿਬ ਮਹਾਰਾਜ ਤੇ ਤੀਜੀ ਥਾਂ ਤੇ ਅੱਜ ਪੋਤਾ ਗੁਰੂ ਅਮਰਦਾਸ ਪਾਤਸ਼ਾਹ। ਤੇ ਚੇਤਾ ਰੱਖਣਾ, ਸਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਿਧਾਂਤਕ ਰੂਪ ਵਿੱਚ ਗੁਰੂ ਦੀ ਜਦੋਂ ਗੱਲ ਕੀਤੀ ਹੈ ਤੇ ਸ਼ਬਦ ਗੁਰੂ ਦੀ ਗੱਲ ਕੀਤੀ ਹੈ। ਤੇ ਸ਼ਬਦ ਗੁਰੂ ਦੀ ਗੱਲ ਕਰਦਿਆਂ ਉਹਨਾਂ ਨੇ ਅੱਗੋਂ ਜਦੋਂ ਚੇਲਾ ਰੂਪ ਜਾਂ ਸਿੱਖ ਰੂਪ ਦੱਸਿਆ ਤੇ ਉਹ ਵੀ ਸਰੀਰ ਨਹੀਂ ਹੈ, ਸਗੋਂ ਉਹ ਵੀ ਸੁਰਤ ਧੁਨ ਚੇਲਾ ਦੀ ਗੱਲ ਕੀਤੀ ਹੈ। ਮੈਂ ਇਹ ਵੀ ਬੇਨਤੀ ਸਾਂਝੀ ਕਰਦਿਆਂ, ਜੇ ਸਿੱਖ ਦਾ ਗੁਰੂ ਸਰੀਰ ਨਹੀਂ ਹੈ, ਸ਼ਬਦ ਗੁਰੂ ਹੈ, ਤੇ ਇਸੇ ਤਰ੍ਹਾਂ ਸਿੱਖ ਵੀ ਜਿਹੜਾ ਹੈ ਉਹ ਸਰੀਰ ਨਹੀਂ ਹੈ, ਸਗੋਂ ਸੁਰਤ ਸਿੱਖ ਹੈ। ਸਰੀਰ ਮਿਲਿਆ ਹੈ, ਇਸ ਗੱਲ ਦੀ ਪ੍ਰਵਾਨਗੀ ਬਾਣੀ ਵਿੱਚ ਸਾਨੂੰ ਦਿੰਦੇ ਨੇ, ਗੁਰੂ ਸਾਹਿਬ ਜੀ ਦਿੰਦੇ ਨੇ, ਪਰ ਨਾਲ ਸਾਨੂੰ ਇਹ ਮਿਹਰ ਕਰ ਦਿੱਤੀ ਹੈ ਵੀ ਸਰੀਰ ਤੇ ਜਿੱਥੇ ਮਿਲ ਗਿਆ, ਪਰ ਸੁਰਤ ਤੇਰੀ ਗੁਰੂ ਨਾਲ ਜੁੜਨੀ ਬੜੀ ਜ਼ਰੂਰੀ ਹੈ, ਪ੍ਰਵਾਨ ਤੂੰ ਤਾਂ ਹੋਵੇਗਾ। ਇੱਥੇ ਜਦੋਂ ਵਿਚਾਰ ਜਿਹੜੇ ਨੇ ਉਹ ਮਿਲ ਗਏ ਨੇ, ਪ੍ਰਵਾਨਗੀ ਤਦੋਂ ਹੋਈ ਹੈ। ਤੇ ਤਾਂ ਕਰਕੇ ਪੀਊ ਦਾਦੇ ਜੇਵਿਹਾ ਪੋਤਾ ਪ੍ਰਵਾਨ ਦੀ ਗੱਲ ਹੋਈ ਹੈ। ਇਹਨੂੰ ਅੱਗੇ ਭਾਈ ਸੱਤਾ ਜੀ ਇੰਜ ਲਿਖਦੇ ਨੇ, ਜਿਨ ਬਾਸ਼ਕ ਨੇਤਰੈ ਘੱਤਿਆ ਕਰਨੇ ਹੀ ਤਾਣ। ਜਿਵੇਂ ਦੀ ਉਦਾਹਰਨ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਜੀਵਨ ਨਾਲ ਜੋੜ ਕਰਕੇ ਦਿੱਤੀ ਗਈ ਸੀ, ਅਸੀਂ ਪੜ੍ਹ ਕਰਕੇ ਆਏ ਹਾਂ ਕਿ ਜਿੱਥੇ ਸਮੁੰਦਰ ਮੰਥਨ ਹੋਇਆ ਉਹ ਮਿਥਿਹਾਸਕ ਮਿੱਥ ਨੂੰ ਦੱਸਿਆ। ਅੱਜ ਇੱਥੇ ਭਾਈ ਸੱਤਾ ਜੀ ਨੇ ਉਸ ਮਿਥਿਹਾਸਕ ਮਿੱਥ ਨੂੰ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਸ਼ਖਸੀਅਤ ਨੂੰ, ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਗੁਣ ਨੂੰ ਉਜਾਗਰ ਕਰਨ ਵਾਸਤੇ ਵੀ ਪ੍ਰਗਟ ਕੀਤੀ ਹੈ। ਕਹਿਣ ਲੱਗੇ, ਜਿਨ ਬਾਸ਼ਕ ਨੇਤਰੈ ਘੱਤਿਆ, ਜਿਸ ਨੇ, ਜਿਨ ਨੰਨਾ ਸਿਹਾਰੀ ਹੈ, ਜਿਸ ਨੇ ਬਾਸ਼ਕ, ਬਾਸ਼ਕ ਇੱਕ ਨਾਗ ਦਾ ਨਾਮ ਹੈ, ਜਿਸ ਨੂੰ ਉਹਨਾਂ ਨੇ ਨੇਤਰਾ ਬਣਾ ਕਰਕੇ ਤੇ ਰਿੜਕਿਆ ਸੀ ਸਮੁੰਦਰ ਨੂੰ। ਜਿਨ ਬਾਸ਼ਕ ਨੇਤਰੈ ਘੱਤਿਆ ਕਰ ਨੇਹੀ ਤਾਣ। ਕਹਿਣ ਲੱਗੇ, ਹੈ ਗੁਰੂ ਅਮਰਦਾਸ ਪਾਤਸ਼ਾਹ, ਤੂੰ ਆਪਣੇ ਨੇਹ ਨੂੰ, ਆਪਣੇ ਆਤਮਿਕ ਬਲ ਨੂੰ, ਮਨ ਰੂਪੀ ਬਲ ਨੂੰ ਜਿਹੜਾ ਹੈ ਉਹ ਨਾਗ ਰੂਪ ਨੇਤਰੇ ਵਿੱਚ ਪਾ ਕਰਕੇ ਤੇ ਫਿਰ ਜਿਨ ਸਮੁੰਦ ਵਿਡੋਲਿਆ ਕਰ ਮੇਰ ਮਦਾਨ। ਕਹਿਣ ਲੱਗੇ, ਜਿਵੇਂ ਉਹਨਾਂ ਨੇ ਸਮੁੰਦਰ ਨੂੰ ਵਿਰੋਲਿਆ ਸੀ, ਸਮੁੰਦਰ ਨੂੰ ਰਿੜਕਿਆ ਸੀ, ਮਧਾਣਾ ਪਰਬਤ ਬਣਾ ਕਰਕੇ ਰਿੜਕਿਆ ਸੀ, ਅੱਜ ਇੱਥੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਉੱਚੀ ਸੁਰਤ ਰੂਪੀ ਜਿਹੜਾ ਹੈ ਉਹ ਪਹਾੜ ਨੂੰ ਰਿੜਕਣ ਵਾਸਤੇ ਜਿਹੜਾ ਹੈ ਗੁਰੂ ਕੇ ਸ਼ਬਦ ਰੂਪੀ ਸਮੁੰਦਰ ਨੂੰ ਜਦੋਂ ਰਿੜਕਿਆ ਤੇ ਸ਼ਬਦ ਰੂਪੀ ਸਮੁੰਦਰ ਨੂੰ ਰਿੜਕਣ ਤੋਂ ਬਾਅਦ 14 ਰਤਨ ਨਿਕਾਲਣ ਕੀ ਤੋਣ ਚਾਨਾਨ। ਤੇ ਹੈ ਗੁਰੂ ਅਮਰਦਾਸ ਪਾਤਸ਼ਾਹ, ਤੂੰ ਵੀ ਸ਼ਬਦ ਵਿੱਚੋਂ, ਸ਼ਬਦ ਦੇ ਸਮੁੰਦਰ ਵਿੱਚੋਂ ਸਤ, ਸੇਵਾ, ਸਿਮਰਨ, ਦਇਆ, ਧੀਰਜ, ਪਰ, ਉਪਕਾਰ ਦੇ ਇਹ 14 ਗੁਣ ਜਿਹੜੇ ਨੇ, ਉਹ 14 ਰਤਨ ਜਿਹੜੇ ਨੇ ਤੂੰ ਵੀ ਆਪਣੇ ਜੀਵਨ ਵਿੱਚੋਂ ਪ੍ਰਗਟ ਕਰ ਲਏ ਨੇ। ਤੇ ਫਿਰ ਅੱਗੇ ਲਿਖਿਆ ਕਿ ਤੋਣ ਚਾਨਾਨ, ਮਨ ਨੂੰ ਇਸ ਜਗਤ ਵਿੱਚ ਚਾਨਣ ਪੈਦਾ ਕਰ ਦਿੱਤਾ ਹੈ, ਇਸ ਜਗਤ ਵਿੱਚ ਜੀਵਨ ਜਿਉਣ ਦੀ ਸੂਝ ਤੇ ਸਮਝ ਨੂੰ ਪੈਦਾ ਕਰ ਦਿੱਤਾ ਹੈ। ਇਹ ਜੀਵਨ ਜਿਉਣ ਦੀ ਸੋਚ ਤੇ ਸਮਝ, ਚਾਨਣ ਜਿਹੜਾ ਹੈ, ਜੇਕਰ ਇਸ ਅੱਖਰ ਨੂੰ ਵੇਖੀਏ ਤੇ ਮੈਂ ਇਹ ਵਿਚਾਰ ਇੱਥੇ ਸਾਂਝੀ ਕਰਦਿਆਂ, ਆਮ ਸਾਧਾਰਨ ਤੌਰ ਤੇ ਜਦੋਂ ਧਰਮ ਕਮਾਉਣ ਜਾਂ ਧਰਮ ਵਾਲੇ ਪਾਸੇ ਆਉਣ ਦੀ ਗੱਲ ਕੀਤੀ ਤੇ ਕਰਵਾਈ ਜਾਂਦੀ ਹੈ
ਤੇ ਪ੍ਰਚਲਿਤ ਗੱਲ ਇਹ ਸੀ ਵੀ ਜਿਸ ਵੇਲੇ ਬਚਪਨ ਹੈ, ਜਿਸ ਵੇਲੇ ਜਵਾਨੀ ਹੈ, ਵੀ ਉਸ ਵੇਲੇ ਕੋਈ ਬਹੁਤੇ ਜਿਹੜੇ ਧਰਮ ਵਾਲੇ ਪਾਸੇ ਨਹੀਂ ਆਉਂਦੇ, ਤੇ ਜਦੋਂ ਬਜ਼ੁਰਗ ਹੋ ਜਾਂਦੇ ਨੇ ਤੇ ਫਿਰ ਕਿਤੇ ਜਾ ਕਰਕੇ ਜਿਹੜਾ ਵੀ ਉਹਨਾਂ ਨੂੰ ਕਿਤੇ ਧਰਮ ਚੇਤੇ ਆਉਂਦਾ ਹੈ। ਪਰ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਜੀਵਨ ਅਸੀਂ ਪੜ੍ਹਦੇ ਹਾਂ ਤੇ ਉਸ ਜੀਵਨ ਵਿੱਚੋਂ ਸਾਨੂੰ ਇੱਕ ਇਹ ਮਿਹਰ ਪ੍ਰਾਪਤ ਹੁੰਦੀ ਹੈ, ਦਇਆ ਪ੍ਰਾਪਤ ਹੁੰਦੀ ਹੈ ਵੀ ਜੀਵਨ ਭਾਵੇਂ ਕਿਸੇ ਵੀ ਸਮੇਂ ਵਿੱਚ ਹੋਵੇ, ਭਾਵੇਂ ਬਚਪਨ ਵਿੱਚ ਹੈ, ਭਾਵੇਂ ਜਵਾਨੀ ਵਿੱਚ ਹੈ, ਭਾਵੇਂ ਬੁਢੇਪੇ ਵਿੱਚ ਹੈ, ਗੁਰੂ ਕਾ ਸ਼ਬਦ ਜੇ ਦ੍ਰਿੜਤਾ ਦੇ ਨਾਲ ਕਮਾਇਆ ਜਾਵੇ ਤੇ ਗੁਰੂ ਕੀ ਸੇਵਾ ਨੂੰ ਜੇਕਰ ਦ੍ਰਿੜਤਾ ਨਾਲ ਕੀਤਾ ਜਾਵੇ ਤੇ ਪ੍ਰਵਾਨ ਹੋਇਆ ਜਾ ਸਕਦਾ ਹੈ, ਪ੍ਰਵਾਨਗੀ ਬਣ ਸਕਦੀ ਹੈ। ਭਾਵੇਂ ਕੋਈ ਵੀ ਸਮਾਂ ਹੋਵੇ ਤੇ ਗੁਰੂ ਸਾਹਿਬ ਨੇ ਇਸ ਨੂੰ ਆਪਣੇ ਜੀਵਨ ਵਿੱਚੋਂ ਸਾਨੂੰ ਪ੍ਰਗਟ ਕਰਕੇ ਸੁਣਾ ਦਿੱਤਾ ਹੈ। ਜਿੱਥੇ ਬਾਣੀ ਵਿੱਚੋਂ ਅਸੀਂ ਇਹ ਪੰਕਤੀ ਵੀ ਪੜ੍ਹਦੇ ਹਾਂ, 60 ਕੇ ਬੁਢੇਪਾ ਆਵੈ ਜਾਂ 17 ਕਾ ਮਤਹੀਨ, ਇਹ ਅੱਖਰ ਵੀ ਪੜ੍ਹਦੇ ਹਾਂ। ਇਹ ਆਮ ਸਾਧਾਰਨ ਜਿਹੀ ਬਾਤ, ਸਾਧਾਰਨ ਜਿਹੀ ਗੱਲ ਜਿਹੜੀ ਗੁਰੂ ਸਾਹਿਬ ਨੇ ਕੀਤੀ ਹੈ, ਪਰ ਉਹਦੇ ਨਾਲ ਨਾਲ ਜਦੋਂ ਅਸੀਂ ਗੁਰੂ ਕੀ ਪਵਿੱਤਰ ਬਾਣੀ ਵਿੱਚੋਂ ਇਹ ਲਫ਼ਜ਼ ਵੀ ਪੜ੍ਹਦੇ ਹਾਂ ਤੇ ਅੰਦਰ ਧਰਵਾਸ ਬਣਦਾ ਕਿ ਗੁਰਮੁਖ ਬੁੱਢੇ ਕਦੇ ਨਾਹੀ, ਜਿਨ੍ਹਾਂ ਅੰਤਰ ਸੁਰਤ ਗਿਆਨ, ਜਿਨ੍ਹਾਂ ਦੇ ਸੁਰਤੀ ਵਿੱਚ ਗਿਆਨ ਭਾਵ ਗੁਰੂ ਕਾ ਸ਼ਬਦ, ਗੁਰੂ ਕੀ ਵਿਚਾਰ, ਗੁਰੂ ਕਾ ਸਿਧਾਂਤ ਤੁਰ ਪਿਆ, ਉਹ ਆਤਮਿਕ ਤੌਰ ਤੇ ਕਦੇ ਬੁੱਢੇ ਨਹੀਂ ਹੁੰਦੇ, ਸਗੋਂ ਉਹਨਾਂ ਦੇ ਅੰਦਰ ਤੇ ਹੋਰ ਦ੍ਰਿੜਤਾ ਬਣਦੀ ਹੈ, ਹੋਰ ਚੜ੍ਹਦੀ ਕਲਾ ਬਣਦੀ ਹੈ। ਤੇ ਇੱਥੇ ਕਹਿਣ ਲੱਗੇ ਕਿ ਤੂੰ ਚਾਨਣ, ਸਾਨੂੰ ਉਹ ਚਾਨਣ ਬਖਸ਼ਿਸ਼ ਕੀਤਾ ਹੈ ਕਿ ਕਿਸੇ ਵੀ ਸਮੇਂ ਦੇ ਅੰਦਰ ਗੁਰੂ ਕੀ ਕੀਤੀ ਹੋਈ ਸੇਵਾ ਜਿਹੜੀ ਹੈ ਉਹ ਵਿਅਰਥ ਨਹੀਂ ਜਾਂਦੀ। ਕਿਸੇ ਵੀ ਸਮੇਂ ਅੰਦਰ ਕੀਤਾ ਹੋਇਆ ਗੁਰੂ ਕੇ ਸ਼ਬਦ ਤੇ ਭਰੋਸਾ, ਦ੍ਰਿੜਤਾ ਸ਼ਬਦ ਦੀ ਕਮਾਈ ਉਹ ਵਿਅਰਥ ਨਹੀਂ ਜਾਂਦੀ, ਸਗੋਂ ਉਹ ਮਾਲਕ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਪੈਂਦੀ ਹੈ। ਤੇ ਇੱਥੇ ਇਹੀ ਆਖਿਆ ਕਿ 14 ਰਤਨ ਨਿਕਾਲਿਆਨ ਕਿ ਤੋਣ ਚਾਨਣ, ਮਾਨੋ ਸ਼ੁਭ ਗੁਣਾਂ ਨੂੰ ਪ੍ਰਗਟ ਕੀਤਾ ਹੈ ਤੇ ਆਪਣੇ ਜੀਵਨ ਵਿੱਚ ਵੀ ਜਿੱਥੇ ਚਾਨਣ ਕੀਤਾ ਹੈ ਤੇ ਉਥੇ ਜਗਤ ਕਾਇਨਾਤ ਨੂੰ ਵੀ ਜੀਵਨ ਜਾਚ ਚਾਨਣ ਰੂਪ ਵਿੱਚ ਦਿੱਤੀ ਹੈ। ਤੇ ਮੈਂ ਇੱਕ ਹੋਰ ਬੇਨਤੀ ਕਰਦਿਆਂ, ਸਤਿਗੁਰੂ ਦੀ ਪਵਿੱਤਰ ਬਾਣੀ ਨੇ ਇਸ ਗੱਲ ਉੱਤੇ ਮੋਹਰ ਲਾਈ ਹੈ ਕਿ ਗੁਰੂ ਕੀ ਪਵਿੱਤਰ ਬਾਣੀ ਵੀ ਇੱਕ ਚਾਨਣ ਰੂਪ ਵਿੱਚ ਹੈ। ਪੰਕਤੀ ਪੜ੍ਹਦੇ ਹਾਂ, ਗੁਰਬਾਣੀ ਇਸ ਜਗ ਮਹਿ ਚਾਨਣਾ। ਗੁਰੂ ਕੀ ਪਵਿੱਤਰ ਬਾਣੀ ਕੀ ਹੈ? ਇਸ ਜਗਤ ਵਿੱਚ ਚਾਨਣ ਦੇਣ ਵਾਲੀ ਹੈ, ਪ੍ਰਕਾਸ਼ ਦੇਣ ਵਾਲੀ ਹੈ। ਪਰ ਕਹਿਣ ਲੱਗੇ ਵੀ ਕਰਮ ਵਸੈ ਮਨ ਆਏ, ਇਹਨੂੰ ਖਰੀਦਿਆ ਨਹੀਂ ਜਾ ਸਕਦਾ, ਇਹਨੂੰ ਹੱਠ ਕਰਕੇ ਇਵੇਂ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਇਹ ਚਾਨਣ ਤੇ ਸਗੋਂ ਕਰਮ ਪ੍ਰਾਪਤ ਹੋਵੇ, ਮਾਲਕ ਦੀ ਮਿਹਰ ਨਾਲ, ਮਾਲਕ ਦੀ ਬਖਸ਼ਿਸ਼ ਦੇ ਨਾਲ ਪ੍ਰਾਪਤ ਹੁੰਦਾ ਹੈ। ਜਿਹਨੂੰ ਅਸੀਂ ਸੋਦਰ ਦੀ ਪਵਿੱਤਰ ਬਾਣੀ ਵਿੱਚ ਵੀ ਪੜ੍ਹਦੇ ਹਾਂ ਕਿ ਕਰਮ ਮਿਲੈ ਨਾਹੀ ਠਾਕ ਰਹਾਈਆ। ਇਹ ਕਰਮ ਦੇ ਨਾਲ, ਬਖਸ਼ਿਸ਼ ਦੇ ਨਾਲ ਦਾਤ ਮਿਲਦੀ ਹੈ ਤੇ ਜਦੋਂ ਮਾਲਕ ਦੀ ਬਖਸ਼ਿਸ਼ ਹੋਵੇ ਤਾਂ ਉਸ ਵਿੱਚ ਕੋਈ ਰੁਕਾਵਟ ਨਹੀਂ ਪੈਦਾ ਕਰ ਸਕਦਾ। ਤੇ ਇਹਨੂੰ ਜਿਹੜਾ ਹੈ ਭਾਈ ਸੱਤਾ ਜੀ ਨੇ ਅੱਗੇ ਲਿਖਿਆ ਹੈ, ਘੋੜਾ ਕੀਤੋ ਸਹਿਜਦਾ ਜਤ ਕੀਓ ਪਲਾਨ। ਕਹਿਣਗੇ ਆਪਣੇ ਆਤਮਿਕ ਜੀਵਨ ਦੇ ਸਫ਼ਰ ਨੂੰ ਸੌਖਾ ਬਣਾਉਣ ਵਾਸਤੇ, ਸੁਖਾਲਾ ਬਣਾਉਣ ਵਾਸਤੇ ਤੇ ਲੰਮੇਰਾ ਪੈਂਡਾ ਮਾਲਕ ਦੇ ਘਰ ਦਾ ਪਹੁੰਚਣ ਵਾਸਤੇ ਉਹਨਾਂ ਨੇ ਜਦੋਂ ਸਵਾਰੀ ਕੀਤੀ ਹੈ ਤੇ ਘੋੜਾ ਕੀਤੋ ਸਹਿਜ ਦਾ, ਸਹਿਜ ਅਵਸਥਾ, ਸਹਿਜ ਅਵਸਥਾ ਦਾ ਘੋੜਾ ਬਣਾਇਆ ਹੈ। ਜਤ ਕੀਓ ਪਲਾਨ, ਆਪਣੀਆਂ ਇੰਦਰੀਆਂ ਨੂੰ ਵਿਕਾਰਾਂ ਵਾਲੇ ਪਾਸੇ ਜਾਣ ਤੋਂ ਰੋਕਣ ਦੀ ਤਾਕਤ, ਇਹ ਕਹਿਣ ਲੱਗੇ ਉਹਨਾਂ ਨੇ ਪਲਾਨ ਘੋੜੇ ਉੱਤੇ ਕਾਠੀ ਪਾ ਲਈ ਹੈ। ਤੇ ਫਿਰ ਤਨਖ ਚੜਾਇਓ ਸਤ ਦਾ ਜਸ ਹੰਦਾ ਬਾਣ। ਕਹਿਣ ਲੱਗੇ ਸਤ ਦਾ, ਉੱਚੇ ਸੁੱਚੇ ਆਚਰਣ ਦਾ ਧਨਖ, ਕਮਾਨ ਜਿਹੜਾ ਹੈ ਉਹ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਚੜਾਇਆ ਹੈ, ਜਿਸ ਉੱਤੇ ਜਸ ਹੰਦਾ ਬਾਣ, ਪ੍ਰਭੂ ਦੀ ਸਿਫਤ ਸਲਾਹ ਦਾ ਤੀਰ ਲੱਗਿਆ ਹੋਇਆ ਹੈ। ਜਸ ਹੰਦਾ ਬਾਣ ਦਾ ਅਰਥ ਹੈ ਪ੍ਰਭੂ ਦੀ ਸਿਫਤ ਸਲਾਹ ਦਾ ਤੀਰ ਜਿਹੜਾ ਹੈ ਉਹ ਹੱਥ ਵਿੱਚ ਫੜਿਆ ਹੋਇਆ ਹੈ। ਤੇ ਤਨਖ ਚੜਾਇਓ ਸਤ ਦਾ, ਤੇ ਉੱਚੇ ਸੁੱਚੇ ਆਚਰਣ ਦਾ ਜਿਹੜਾ ਧਨਖ ਬਣਾਇਆ ਹੋਇਆ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸ਼ਲੋਕ ਸਹਿਸਕ੍ਰਿਤੀ ਅੰਦਰ ਇਸ ਤਰ੍ਹਾਂ ਦਾ ਇੱਕ ਚਿੱਤਰਣ ਚਿੱਤਿਆ ਹੈ, ਜਿਹਦੇ ਵਿੱਚ ਉਹਨਾਂ ਨੇ ਆਖਿਆ ਵੀ ਜਿਵੇਂ ਕੋਈ ਯੋਧਾ, ਜਿਵੇਂ ਕੋਈ ਸੂਰਬੀਰ, ਉਹ ਜਦੋਂ ਜੰਗ ਦੇ ਮੈਦਾਨ ਅੰਦਰ ਜਾਂਦਾ ਹੈ, ਜਿੱਤ ਪ੍ਰਾਪਤ ਕਰਨ ਵਾਸਤੇ ਜਾਂਦਾ ਹੈ, ਤੇ ਕਹਿਣ ਲੱਗੇ ਉਹ ਤਿਆਰੀ ਇਸ ਤਰ੍ਹਾਂ ਦੀ ਕਰਕੇ ਜਾਂਦਾ ਵੀ ਆਪਣੇ ਹੱਥ ਵਿੱਚ ਤਲਵਾਰ ਵੀ ਫੜਦਾ ਹੈ, ਦੂਜੇ ਤੋਂ ਕੀਤਾ ਗਿਆ ਵਾਰ ਰੋਕਣ ਵਾਸਤੇ ਢਾਲ ਵੀ ਫੜਦਾ ਹੈ, ਤੇ ਫਿਰ ਉਹਨਾਂ ਉੱਤੇ ਧਾਵਾ ਹੱਲਾ ਵੀ ਬੋਲਦਾ ਤੇ ਆਪਣੀ ਤਾਕਤ ਨੂੰ ਜਿਹੜਾ ਪੂਰੀ ਤਾਕਤ, ਪੂਰਾ ਜ਼ੋਰ ਲਗਾ ਦਿੰਦਾ ਤੇ ਫਿਰ ਕਿਤੇ ਜਿੱਤ ਪ੍ਰਾਪਤ ਕਰਦਾ ਹੈ। ਫਿਰ ਉਹ ਸੂਰਮਿਆਂ ਦੀ ਸੈਨਾ ਦਾ ਜੇਕਰ ਸੈਨਾਪਤੀ ਹੋਵੇ ਤੇ ਸਾਰਿਆਂ ਦਾ ਨੇਤਰਤਵ ਵੀ ਕਰਦਾ ਹੈ।
ਤੇ ਉਹਦੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਆਖਿਆ ਕਿ ਜਿਹੜੀ ਸਤ ਸੰਗਤ ਵਿੱਚ ਅਸੀਂ ਬੈਠੇ ਹਾਂ, ਇਸ ਸਤ ਸੰਗਤ ਵਿੱਚ ਵੀ ਐਸੇ ਵੀਰ ਨੇ, ਐਸੇ ਸੂਰਮੇ ਨੇ, ਜਿਹੜੇ ਇਹ ਐਸੇ ਸੈਨਾਪਤੀ ਨੇ ਜਿਨ੍ਹਾਂ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਵੈਰੀ ਦਲ ਨੂੰ ਇਹਨੂੰ ਚਿੱਤ ਕਰਨਾ ਹੈ, ਇਹਦੇ ਉੱਤੇ ਫਤਿਹ ਪਾਉਣੀ ਹੈ। ਤੇ ਆਖਦੇ ਨੇ ਸੈਨਾ ਸਾਧ ਸਮੂਹ ਸੂਰ ਅਜਿਤੰ, ਕਹਿਣ ਲੱਗੇ ਸਤ ਸੰਗਤ ਅਜਿਹੀ ਸੈਨਾ ਹੈ, ਅਜਿਹੀ ਅਜਿੱਤ ਸੂਰਮਿਆਂ ਦੀ ਸੈਨਾ ਹੈ ਜਿਹਦੇ ਨਾਲ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿਕ ਨੂੰ ਵਸ ਵਿੱਚ ਕੀਤਾ ਜਾ ਸਕਦਾ ਹੈ। ਉੱਥੇ ਉਹਨਾਂ ਨੇ ਫਿਰ ਇਸੇ ਤਰ੍ਹਾਂ ਜ਼ਿਕਰ ਕੀਤਾ ਹੈ ਕਿ ਆਪ ਦਾ ਗੁਣ ਗੋਬਿੰਦ ਰਮਣੰ, ਉਸ ਮਾਲਕ ਪ੍ਰਭੂ ਦੀ ਸਿਫਤ ਸਲਾਹ ਕਰਨਾ ਇਹ ਉਹਦੇ ਕੋਲ ਹਥਿਆਰ ਹੈ। ਆਪ ਦਾ ਗੁਣ ਗੋਬਿੰਦ ਰਮਣੰ, ਫਿਰ ਉਹਨਾਂ ਨੇ ਲਿਖਿਆ ਓਟ ਗੁਰ ਸ਼ਬਦ ਕਰ ਚਰਮਣਾ। ਉਹਨੇ ਆਪਣੇ ਹੱਥ ਦੇ ਵਿੱਚ ਜਿਹੜੀ ਢਾਲ ਫੜੀ ਹੋਈ ਹੈ ਉਹ ਗੁਰੂ ਕੇ ਸ਼ਬਦ ਦੀ ਓਟ ਹੈ, ਗੁਰੂ ਕੇ ਸ਼ਬਦ ਦਾ ਆਸਰਾ ਹੈ, ਜਿਹਦੇ ਸਦਕਾ ਉਹ ਫਿਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵੱਲੋਂ ਕੀਤੇ ਗਏ ਵਾਰ ਨੂੰ ਰੋਕ ਲੈਂਦਾ, ਆਪਣੇ ਜੀਵਨ ਵਿੱਚ ਦਾਖਲ ਹੋਣ ਤੋਂ ਬਚਾ ਲੈਂਦਾ ਹੈ। ਤੇ ਫਿਰ ਇੱਥੇ ਜਿਹੜਾ ਹੈ ਉਹੀ ਇੱਥੇ ਚਿਤਰਨ ਭਾਈ ਸੱਤਾ ਜੀ ਨੇ ਲਿਖਿਆ ਕਿ ਹੇ ਗੁਰੂ ਅਮਰਦਾਸ ਪਾਤਸ਼ਾਹ, ਤਨਖ ਚੜਾਇਓ ਸਤ ਦਾ ਜਸ ਹੰਦਾ ਬਾਣ, ਤੂੰ ਵੀ ਆਪਣੇ ਮੋਢੇ ਉੱਤੇ ਇਹ ਜਿਹੜਾ ਹੈ ਤਨਖ ਚੜਾਇਆ ਹੋਇਆ ਉੱਚੇ ਸੁੱਚੇ ਆਚਰਣ ਦਾ, ਤੇ ਇਹਦੇ ਨਾਲ ਜਸ ਹੰਦਾ ਬਾਣ, ਪ੍ਰਭੂ ਦੀ ਸਿਫਤ ਸਲਾਹ ਦਾ ਬਾਣ, ਪ੍ਰਭੂ ਦੀ ਸਿਫਤ ਸਲਾਹ ਦਾ ਤੀਰ ਜਿਹੜਾ ਹੈ ਉਹ ਤੂੰ ਚਲਾਉਣ ਵਾਲਾ ਹੈ। ਇੱਕ ਗੱਲ ਚੇਤਾ ਰੱਖਣੀ, ਭਗਤ ਕਬੀਰ ਸਾਹਿਬ ਮਹਾਰਾਜ ਨੇ ਆਪਣੀ ਪਵਿੱਤਰ ਬਾਣੀ ਦੇ ਅੰਦਰ ਸ਼ਲੋਕਾਂ ਵਿੱਚ ਅਜਿਹੀ ਗੱਲ ਸਾਂਝੀ ਕੀਤੀ ਹੈ, ਜਿਹਦੇ ਵਿੱਚ ਉਹਨਾਂ ਨੇ ਆਖਿਆ ਕਿ ਗੁਰੂ ਕਾ ਸ਼ਬਦ ਅਜਿਹਾ ਤੀਰ ਹੈ ਜਿਸ ਦਾ ਨਿਸ਼ਾਨਾ ਕਦੇ ਚੁੱਕਦਾ ਨਹੀਂ ਹੈ, ਜਿਸ ਦਾ ਨਿਸ਼ਾਨਾ ਕਦੇ ਉਕਾਈ ਨਹੀਂ ਖਾਂਦਾ, ਤੇ ਜਿਸ ਦੇ ਨਿਸ਼ਾਨੇ ਲੱਗਣ ਤੇ ਇਹ ਸਰੀਰ, ਇਹ ਜੀਵਨ ਜਿਹੜਾ ਹੈ ਕਹਿਣ ਲੱਗੇ ਉਹਦੇ ਵਿੱਚੋਂ ਅਹੰਕਾਰ ਖਤਮ ਹੋ ਜਾਂਦਾ ਹੈ। ਜਿਵੇਂ ਤੀਰ ਲੱਗਣ ਦੇ ਨਾਲ ਕੋਈ ਵਿਅਕਤੀ ਜਿਹੜਾ ਜ਼ਮੀਨ ਤੇ ਡਿੱਗ ਪੈਂਦਾ, ਨਿਢਾਲ ਹੋ ਕਰਕੇ ਤਾਕਤ ਖਤਮ ਹੋ ਜਾਂਦੀ ਹੈ, ਜਾਨ ਚਲੀ ਜਾਂਦੀ ਹੈ। ਕਹਿਣ ਲੱਗੇ ਐਵੇਂ ਗੁਰੂ ਕਾ ਸ਼ਬਦ ਜਦੋਂ ਇਹ ਤੀਰ ਬਣ ਕਰਕੇ ਮਨੁੱਖ ਦੇ ਆਤਮਿਕ ਜੀਵਨ ਵਿੱਚ ਵੱਜਦਾ ਹੈ ਤੇ ਇਹਦੇ ਵਿੱਚੋਂ ਅਹੰਕਾਰ, ਲੋਭ, ਮੋਹ ਆਦਿਕ ਜਿਹੜੇ ਨੇ ਉਹ ਨਿਕਲ ਕਰਕੇ ਤੇ ਖੇਠਾਂ ਡਿੱਗ ਪੈਂਦੇ ਨੇ। ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਪੋਏ ਗਿਰ ਪਰਿਆ ਪਦਾ ਕਰੇ ਜੇ ਛੇਕ। ਕਬੀਰ ਸਾਹਿਬ ਆਖਦੇ ਨੇ ਗੁਰੂ ਕਾ ਸ਼ਬਦ ਰੂਪੀ ਤੀਰ ਜਦੋਂ ਮੇਰੇ ਹਿਰਦੇ ਤੇ ਵੱਜਿਆ ਤੇ ਮੈਂ ਵੀ ਉਸ ਦੀ ਵਾਰ ਨੂੰ ਝੱਲ ਨਹੀਂ ਸਕਿਆ ਤੇ ਮਾਨੋ ਪਰਿਆ ਕਰੇ ਜੇ ਛੇਕ, ਮੈਂ ਧਰਤੀ ਤੇ ਜ਼ਮੀਨ ਤੇ ਡਿੱਗ ਪਿਆ। ਤੇ ਜਿਹੜਾ ਉਹ ਛੇਕ ਮੇਰੇ ਅੰਦਰ ਹੋਇਆ, ਚੇਤਾ ਰੱਖਣਾ ਭਾਵ ਇਹ ਨੇ ਵੀ ਹੁਣ ਮੇਰੇ ਅੰਦਰ ਗੁਰੂ ਦਾ ਪਿਆਰ ਪੈਦਾ ਹੋ ਗਿਆ, ਹੁਣ ਗੁਰੂ ਦੇ ਪ੍ਰਤੀ ਮੇਰੇ ਅੰਦਰ ਪਿਆਰ ਪੈਦਾ ਹੋ ਗਿਆ, ਅੰਦਰ ਮੇਰੇ ਗੁਰੂ ਕੇ ਸ਼ਬਦ ਨਾਲ ਜਿਹੜੀ ਹੈ ਸੁਰਤ ਇਕਮਿਕਤਾ ਹੋ ਗਈ ਹੈ। ਤੇ ਹੁਣ ਮੇਰੇ ਜੀਵਨ ਵਿੱਚੋਂ ਅਹੰਕਾਰ, ਦਵੈਤ, ਈਰਖਾ ਇਹ ਸਾਰੇ ਜਿਹੜੇ ਨਿਕਲ ਕਰਕੇ ਪਾਸੇ ਹੋ ਗਏ ਨੇ। ਮੈਂ ਕਿਤੇ ਹੋਰ ਬੇਨਤੀ ਕਰਦਿਆਂ, ਜਦੋਂ ਕੋਈ ਮਨੁੱਖ ਕਿਸੇ ਦੂਜੇ ਉੱਤੇ ਇਸ ਤਰ੍ਹਾਂ ਦਾ ਨਿਸ਼ਾਨਾ ਕੱਸਦਾ ਤੀਰ ਦਾ ਜਾਂ ਗੋਲੀ ਦਾ, ਤੇ ਜੇ ਨਿਸ਼ਾਨਾ ਹੀ ਕਿਤੇ ਅਗਾਂਹ ਜਾਂ ਪਿਛਾਂ ਹੋ ਜਾਵੇ, ਆਖਣ ਤੋਂ ਭਾਵ ਜਿਸ ਤੇ ਨਿਸ਼ਾਨਾ ਕੱਸਿਆ ਉਹ ਅਗਾਂਹ ਹੋ ਜਾਵੇ ਜਾਂ ਉਹ ਪਿੱਛੇ ਹੋ ਜਾਵੇ, ਸਾਹਮਣੇ ਤੋਂ ਹਟ ਜਾਵੇ ਤੇ ਉਹ ਬਚ ਜਾਂਦਾ ਹੈ। ਤੇ ਹਾਲਾਤ ਬਿਲਕੁਲ ਇਸ ਤਰ੍ਹਾਂ ਦੇ ਨੇ। ਗੁਰੂ ਕਾ ਸ਼ਬਦ ਰੂਪੀ ਤੀਰ, ਬਾਣੀ ਦਾ ਤੀਰ ਤੇ ਰੋਜ਼ ਵੱਜਦਾ ਹੈ। ਹਾਲਾਤ ਇਹ ਨਹੀਂ ਵੀ ਅਸੀਂ ਪਿਛਾਂ ਹਟ ਜਾਂਦੇ ਹਾਂ। ਉਹਦਾ ਕੀ ਕਾਰਨ ਹੈ, ਉਹਦਾ ਤਰੀਕਾ ਕੀ ਹੋ ਰਿਹਾ ਹੈ? ਕਈ ਵਾਰ ਵੇਖਿਆ ਵੀ ਗੁਰੂ ਕਾ ਪਵਿੱਤਰ ਹੁਕਮਨਾਮਾ ਸੁਣਾਇਆ ਜਾ ਰਿਹਾ ਹੈ ਤੇ ਅਸੀਂ ਵਿੱਚੋਂ ਬਹੁਤੇ ਕੀ ਕਰਦੇ ਹਾਂ ਵੀ ਆਏ, ਆਪਣਾ ਮੱਥਾ ਟੇਕਿਆ, ਪਰਿਕਰਮਾ ਕੀਤੀ ਤੇ ਨਾਲ ਦੀ ਨਾਲ ਪਿਛਾਂ ਚਲੇ ਗਏ। ਗੁਰੂ ਕੇ ਸ਼ਬਦ ਦਾ ਤੀਰ ਚੱਲ ਰਿਹਾ ਹੈ, ਅਸੀਂ ਆਪਣੇ ਹਿਰਦੇ ਨੂੰ, ਅਸੀਂ ਆਪਣੇ ਆਪੇ ਨੂੰ ਅੱਗੇ ਨਹੀਂ ਕੀਤਾ ਤੇ ਸਾਡੇ ਅੰਦਰ ਫਿਰ ਉਹ ਪ੍ਰੇਮ ਦੀ ਖੇਡ ਕਿਵੇਂ ਪੈਦਾ ਹੋ ਜਾਵੇ? ਅਸੀਂ ਸਾਹਮਣੇ ਤੋਂ ਹਟ ਗਏ ਹਾਂ ਤੇ ਪ੍ਰੇਮ ਕਿਵੇਂ ਪੈਦਾ ਹੋ ਜਾਵੇ? ਸੁਚੇਤ ਹੋਈਏ, ਸੰਗਤ ਵਿੱਚ ਆਉਣ ਦਾ ਢੰਗ ਤਰੀਕਾ ਸਿੱਖੀਏ। ਤੋਂ ਮੈਂ ਜਿਹੜੀ ਬੇਨਤੀ ਸਾਂਝੀ ਕਰ ਰਿਹਾ ਸਾਂ, ਗੁਰੂ ਕੇ ਸ਼ਬਦ ਦਾ ਤੀਰ ਜਿਹੜਾ ਹੈ ਉਹ ਜਦੋਂ ਗੁਰੂ ਕੇ ਸਿੱਖ ਦੇ ਹਿਰਦੇ ਵਿੱਚ ਵੱਜਦਾ ਹੈ ਤੇ ਉਹਦੇ ਅੰਦਰੋਂ ਵਿਕਾਰ ਖਤਮ ਹੋ ਜਾਂਦੇ ਨੇ, ਉਹਦੇ ਅੰਦਰ ਪਰਮਾਤਮਾ ਦਾ ਪ੍ਰੇਮ ਪੈਦਾ ਹੋ ਜਾਂਦਾ ਹੈ। ਕਹਿਣ ਲੱਗੇ ਹੇ ਗੁਰੂ ਅਮਰਦਾਸ ਪਾਤਸ਼ਾਹ, ਤੇਰੇ ਕੋਲ ਰੱਬ ਦੀ ਸਿਫਤ ਸਲਾਹ ਦਾ ਉਹ ਬਾਣ ਹੈ, ਜਿਹੜਾ ਵੀ ਕੋਈ ਇਸ ਬਚਨ ਨੂੰ ਸੁਣਦਾ ਹੈ, ਜਿਹੜਾ ਵੀ ਕੋਈ ਇਸ ਤੀਰ ਨੂੰ ਆਪਣੇ ਜੀਵਨ, ਆਪਣੇ ਸਰੀਰ ਉੱਤੇ ਸਹਾਰਦਾ ਤੇ ਉਹਦੇ ਅੰਦਰ ਵੀ ਪ੍ਰੇਮ ਪੈਦਾ ਹੁੰਦਾ ਹੈ। ਕਲ ਵਿੱਚ ਤੂੰ ਅੰਧਾਰ ਸਾ ਚੜਿਆ ਰਹਿ ਪਾਣ। ਹੇ ਗੁਰੂ ਅਮਰਦਾਸ ਪਾਤਸ਼ਾਹ, ਇਸ ਸੰਸਾਰ ਨੂੰ ਕਲਾ ਦਾ ਸਮੁੰਦਰ ਪਿਆ ਆਖਿਆ ਜਾ ਰਿਹਾ ਹੈ, ਹਨੇਰਾ ਵੀ ਆਖਿਆ ਜਾ ਰਿਹਾ ਹੈ।
इस माया मोह दे घुप हनेरे विच तू अंधार, ਇਹਦੇ ਘੁਪ ਹਨੇਰੇ ਦੇ ਵਿੱਚ ਚੜਿਆ ਰਹਿ ਭਾਣ, ਤੂੰ ਸੂਰਜ ਬਣ ਕਰਕੇ ਉਗਿਆ, ਤੂੰ ਪ੍ਰਕਾਸ਼ ਚਾਨਣ ਦੇਣ ਵਾਸਤੇ ਉਗਿਆ। ਤੇ ਫਿਰ ਸਤਹੋਂ ਖੇਤ ਜਮਾਇਓ ਸਤਹੋਂ ਛਾਵਾਣ, ਕਹਿਣ ਲੱਗੇ ਸੱਤ ਦੇ ਉੱਚੇ ਆਚਰਣ ਤੋਂ ਖੇਤ ਜਮਾਇਓ। ਖੇਤ ਦਾ ਅਰਥ ਹੈ ਉਹ ਜ਼ਮੀਨ ਜਿਸ ਵਿੱਚ ਫਸਲ ਪੈਦਾ ਹੁੰਦੀ ਹੈ। ਸਤੋਂ ਖੇਤ ਜਮਾਇਓ, ਕਹਿਣ ਲੱਗੇ ਆਪਣੇ ਆਤਮਿਕ ਜੀਵਨ ਦੇ ਅੰਦਰ ਨਾਮ ਦੀ, ਸਿਮਰਨ ਦੀ, ਬੰਦਗੀ ਦੀ, ਸੇਵਾ ਦੀ ਉਹ ਉੱਚੀ ਫਸਲ, ਉਹ ਜਿਹੜੀ ਵਡਮੁੱਲੀ ਫਸਲ ਤੂੰ ਪੈਦਾ ਕੀਤੀ ਹੈ। ਤੇ ਸਤਹੋਂ ਛਾਵਾਣ, ਤੇ ਉਹਦੇ ਨਾਲ ਕਹਿਣ ਲੱਗੇ ਉਹਦੇ ਉੱਤੇ ਸੱਤ ਦੀ ਹੀ ਛਾਂ ਕੀਤੀ ਹੈ, ਭਾਵ ਰਾਖੀ ਕੀਤੀ ਹੈ। ਕੁਝ ਫਸਲਾਂ ਇਸ ਤਰ੍ਹਾਂ ਦੀਆਂ ਨੇ ਜਿਨ੍ਹਾਂ ਨੂੰ ਬੀਜਣ ਤੋਂ ਬਾਅਦ ਤੇ ਫਿਰ ਪੂਰਾ ਸਮਾਂ ਉਹਨਾਂ ਦੀ ਰਾਖੀ ਕਰਨੀ ਪੈਂਦੀ ਹੈ। ਜਿਵੇਂ ਮੱਕੀ ਦੀ ਫਸਲ ਹੈ ਤੇ ਬੀਜਣ ਤੋਂ ਬਾਅਦ ਜਿਸ ਵੇਲੇ ਛਲੀਆਂ ਉੱਗ ਪੈਂਦੀਆਂ ਨੇ, ਨਾਲ ਟਾਂਡਿਆਂ ਨੂੰ ਲੱਗ ਪੈਂਦੀਆਂ ਨੇ, ਤੇ ਉਹਦੀ ਰਾਖੀ ਬੜੀ ਜ਼ਰੂਰੀ ਹੋ ਜਾਂਦੀ ਹੈ। ਹੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ, ਸਤੋਂ ਖੇਤ ਜਮਾਇਓ, ਸਤ ਤੋਂ ਜਿਹੜਾ ਤੂੰ ਇਹ ਬੰਦਗੀ ਰੂਪੀ, ਸਿਮਰਨ ਰੂਪੀ ਖੇਤ ਜਮਾਇਆ ਹੈ, ਸਤੋਂ ਛਾਵਾਣ, ਇਹਦੇ ਤੋਂ ਹੀ ਤੂੰ ਫਿਰ ਇਸ ਦੀ ਰਾਖੀ ਕਰਨ ਵਾਲਾ ਵੀ ਬਣ ਗਿਆ। ਇਹਦਾ ਜੇਕਰ ਅਸੀਂ ਧਿਆਨ ਪੂਰਵਕ ਵਿਚਾਰ ਕਰੀਏ ਤੇ ਇੱਕ ਸਮਾਂ ਇਸ ਤਰ੍ਹਾਂ ਦਾ ਸੀ ਕਿ ਜਿਸ ਵੇਲੇ ਹਨੇਰੀ ਪਈ ਵਗਦੀ ਹੈ, ਗੁਰੂ ਅਮਰਦਾਸ ਪਾਤਸ਼ਾਹ ਦੇ ਮੋਢੇ ਉੱਤੇ ਜਲ ਨਾਲ ਭਰੀ ਹੋਈ ਗਾਗਰ ਹੈ, ਜਿਹੜਾ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਇਸ਼ਨਾਨ ਕਰਨ ਵਾਸਤੇ ਜਲ ਹੈ ਉਹ ਉਹਨਾਂ ਦੇ ਮੋਢੇ ਉੱਤੇ ਹੈ, ਗਾਗਰ ਦੇ ਅੰਦਰ ਹੈ, ਭਾਂਡੇ ਦੇ ਅੰਦਰ ਹੈ। ਤੇ ਆਖਦੇ ਨੇ ਵੀ ਇੱਕ ਠੁੱਡਾ ਖਾ ਕਰਕੇ ਜਦੋਂ ਡਿੱਗ ਪਏ ਨੇ, ਖੜਕਾ ਆਇਆ ਹੈ, ਤੇ ਜੁਲਾਹੀ ਤੇ ਜੁਲਾਹੇ ਨੇ ਜਿਹੜਾ ਵੀ ਉਹ ਖੜਕੇ ਨੂੰ ਸੁਣ ਕਰਕੇ, ਤੇ ਜੁਲਾਹੀ ਆਖਦੀ ਹੈ ਵੀ ਇਹ ਉਹ ਅਮਰੂ ਨੇ ਥਾਵਾਂ ਹੀ ਹੋਏਗਾ ਜਿਹੜਾ ਅੱਧੀ ਰਾਤ ਨੂੰ ਵੀ ਟਿਕਣ ਨਹੀਂ ਦਿੰਦਾ ਤੇ ਨਾ ਟਿਕਦਾ ਹੈ। ਕਹਿਣ ਲੱਗੇ ਉਹ ਬਚਨ ਕਿਤੇ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਕੰਨੀ ਪਏ ਨੇ, ਤੇ ਉਹ ਫਿਰ ਉਹਨਾਂ ਨੇ ਆਪਣੀ ਜ਼ੁਬਾਨ ਤੋਂ ਇਹ ਅੱਖਰ ਆਖੇ ਨੇ ਵੀ ਅਸਲ ਦੇ ਅੰਦਰ ਮੈਂ ਹੁਣ ਨਿਥਾਵਾਂ ਨਹੀਂ, ਮੈਨੂੰ ਤੇ ਅਸਲ ਥਾਂ ਹੀ ਹੁਣ ਮਿਲਿਆ। ਹਾਂ, ਪਹਿਲਾਂ ਨਿਥਾਵਾਂ ਜ਼ਰੂਰ ਸਾਂ, ਜਿਸ ਵੇਲੇ 20-22 ਸਾਲ ਗੰਗਾ ਦੇ ਇਸ਼ਨਾਨ ਕਰਨ ਵਾਸਤੇ ਤੁਰਿਆ ਫਿਰਦਾ ਸਾਂ, ਉਦੋਂ ਮੇਰੇ ਕੋਲ ਥਾਂ ਕੋਈ ਨਹੀਂ ਸੀ। ਮੈਨੂੰ ਹੁਣ ਉਲਾਂਭਾ ਨਾ ਦੇ, ਮੈਨੂੰ ਤੇ ਅਸਲ ਥਾਂ ਹੀ ਹੁਣ ਮਿਲਿਆ, ਮੈਨੂੰ ਅਸਲ ਜਗ੍ਹਾ ਹੀ ਹੁਣ ਪ੍ਰਾਪਤ ਹੋਈ ਹੈ। ਇਹ ਮੈਂ ਬੇਨਤੀ ਤਾਂ ਸਾਂਝੀ ਕੀਤੀ ਹੈ ਕਿ ਭਾਵੇਂ ਕੋਈ ਕ੍ਰੋਧ ਵਿੱਚ ਬਚਨ ਵੀ ਬੋਲਦਾ ਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਉਹਨੂੰ ਬੜੇ ਸਹਿਜਤਾ ਦੇ ਨਾਲ ਸੁਭਾਵਿਕ ਤੌਰ ਤੇ ਲੈਂਦੇ ਨੇ। ਇਹ ਬਿਲਕੁਲ ਇਸੇ ਤਰ੍ਹਾਂ ਵੀ ਸਤੋਂ ਖੇਤ ਜਮਾਇਓ ਸਤੋਂ ਛਾਵਾਣ। ਕਈ ਵਾਰੀ ਐਸਾ ਹੁੰਦਾ ਹੈ ਕਿ ਕਿਸੇ ਮਨੁੱਖ ਨੂੰ ਕੋਈ ਵਡਿਆਈ, ਕੋਈ ਉੱਚਾ ਰੁਤਬਾ ਆਦਿਕ ਮਿਲ ਜਾਵੇ ਤੇ ਉਹਦੀ ਜ਼ੁਬਾਨ ਵਿੱਚ ਕੁਰੱਖਾਪਣ ਆ ਜਾਂਦਾ ਹੈ, ਉਹਦੇ ਕਰਮਾਂ ਦੇ ਵਿੱਚ ਇਸ ਤਰ੍ਹਾਂ ਦੀ ਪ੍ਰਗਟਤਾ ਹੋ ਜਾਂਦੀ ਹੈ ਕਿ ਦੂਜੇ ਨੂੰ ਮਿਲਣਾ ਨਹੀਂ ਚਾਹੁੰਦਾ, ਗੱਲਬਾਤ ਨਹੀਂ ਕਰਨਾ ਚਾਹੁੰਦਾ, ਹੰਕਾਰੀ ਹੋ ਜਾਂਦਾ ਹੈ। ਤੇ ਇੱਥੇ ਫਿਰ ਭਾਈ ਸੱਤਾ ਜੀ ਨੇ ਜ਼ਿਕਰ ਕੀਤਾ ਵੀ ਹੇ ਗੁਰੂ ਅਮਰਦਾਸ ਪਾਤਸ਼ਾਹ, ਤੇਰੇ ਕੋਲ ਜੇ ਨਾਮ ਦੀ, ਸਿਮਰਨ ਦੀ, ਬੰਦਗੀ ਦੀ ਫਸਲ ਪ੍ਰਾਪਤ ਹੋ ਗਈ ਹੈ ਤੇ ਤੂੰ ਇਸ ਦੀ ਰਾਖੀ ਕਰਨ ਵਾਲਾ ਹੈ ਤੇ ਇਸ ਨੂੰ ਸੰਭਾਲਣ ਵਾਲਾ ਵੀ ਹੈ। ਅੱਗੇ ਪੰਕਤੀ ਹੈ, ਨਿਤ ਰਸੋਈ ਤੇਰੀ ਹੈ ਘਿਓ ਮੈਦਾ ਖਾਣ। ਜਿਵੇਂ ਇਸ ਵਾਰ ਵਿੱਚ ਅਸੀਂ ਪਹਿਲਾਂ ਵੀ ਪੜ੍ਹਿਆ, ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਘਿਆਲੀ। ਇੱਥੇ ਫਿਰ ਜ਼ਿਕਰ ਕੀਤਾ ਨਿਤ ਰਸੋਈ ਤੇਰੀ ਹੈ ਘਿਓ ਮੈਦਾ ਖਾਣ। ਚੇਤਾ ਰੱਖਣਾ, ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸ਼ਬਦ ਦਾ ਲੰਗਰ ਵਰਤਾਇਆ ਹੈ, ਉੱਥੇ ਸਰੀਰਕ ਤ੍ਰਿਪਤੀ ਵਾਸਤੇ ਜਦੋਂ ਭੁੱਖੇ ਸਾਧੂ ਸੰਤਾਂ ਨੂੰ ਲੰਗਰ ਛਕਾਇਆ ਤੇ ਸਰੀਰ ਦੀ ਤ੍ਰਿਪਤੀ ਵਾਸਤੇ ਵੀ ਲੰਗਰ ਤੇ ਪੰਗਤ ਜਿਹੜੀ ਆ ਉਸੇ ਵੇਲੇ ਸ਼ੁਰੂ ਹੋ ਗਈ ਹੈ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਵੇਲੇ ਇਹ ਹੋਰ ਪ੍ਰਚੰਡ ਹੋਈ ਹੈ, ਜਿਸ ਪ੍ਰਚੰਡਤਾ ਦੇ ਅੰਦਰ ਅਕਬਰ ਬਾਦਸ਼ਾਹ ਵੀ ਆਇਆ ਤੇ ਉਹਨੂੰ ਵੀ ਗੁਰੂ ਅਮਰਦਾਸ ਪਾਤਸ਼ਾਹ ਨੂੰ ਮਿਲਣ ਤੋਂ ਪਹਿਲਾਂ ਪੰਗਤ ਵਿੱਚ ਬੈਠਣਾ ਪਿਆ। ਇੱਥੇ ਮੈਂ ਬੇਨਤੀ ਕਰਦਿਆਂ ਨਿਤ ਰਸੋਈ ਤੇਰੀ ਹੈ ਘਿਓ ਮੈਦਾ ਖਾਣ, ਇਹਦਾ ਭਾਵ ਅਰਥ ਹੈ ਵੀ ਜਿਵੇਂ ਇਹ ਮਿੱਠੇ ਪਦਾਰਥ ਜਿਹੜੇ ਨੇ ਰਸੋਈ ਵਿੱਚ ਪੱਕਦੇ ਨੇ, ਤਿਆਰ ਹੁੰਦੇ ਨੇ ਤੇ ਸਾਰੇ ਜਿਹੜੇ ਨੇ ਉਸ ਨੂੰ ਖਾਣਾ ਪਸੰਦ ਕਰਦੇ ਨੇ। ਆਖਣ ਲੱਗੇ ਤੇਰੀ ਇਸ ਰਸੋਈ ਦੇ ਅੰਦਰ ਕਿਹੜੀ ਰਸੋਈ ਹੈ? ਸਤ ਸੰਗਤ ਰੂਪੀ ਰਸੋਈ ਹੈ, ਜਿਹਦੇ ਅੰਦਰ ਗੁਰੂ ਕੇ ਸ਼ਬਦ ਦਾ ਮਿੱਠਾ ਪਕਵਾਨ ਲੰਗਰ ਪੱਕਦਾ ਹੈ। ਤੇ ਜਿਹੜਾ ਵੀ ਇਸ ਲੰਗਰ ਨੂੰ, ਜਿਹੜਾ ਵੀ ਇਸ ਭੋਜਨ ਨੂੰ ਖਾਂਦਾ ਹੈ, ਉਹਦੇ ਜੀਵਨ ਵਿੱਚ ਵੀ ਮਿਠਾਸ ਪੈਦਾ ਹੋ ਜਾਂਦੀ ਹੈ, ਉਹਦੇ ਜੀਵਨ ਅੰਦਰ ਵੀ ਰਸ ਪੈਦਾ ਹੋ ਜਾਂਦਾ ਹੈ, ਉਹਦੇ ਜੀ ਦੇ ਅੰਦਰ ਵੀ ਟਿਕਾਅ ਪੈਦਾ ਹੋ ਜਾਂਦਾ ਹੈ। ਅਜਿਹਾ ਤੇਰੀ ਸੰਗਤ ਵਿੱਚ ਰਹਿ ਕਰਕੇ ਮਾਨੋ ਤੇਰੀ ਸੰਗਤ ਰੂਪੀ ਰਸੋਈ ਅੰਦਰ
तेरी संगत रूपी उस लंगर के अंदर जिहड़ा ये उत्तम पदार्थ जिहड़े अंतरात्मे विच मिठास पैदा करने वाले ने वो वरताए जा रहे हैं। चारे कुंडा सुझी ओस मन मह शब्द परवान। कहने लगे जिसने अपने मन अंदर तेरा वो मिठा तेरा वो प्यार भरिया शब्द प्रवान कर लिया, भाव उन्होंने अपने अंदर टिका लिया, अपने जीवन विच उतार लिया ते आखदे ने चारे कुंडा सुझी ओस, उन्होंने चार कुंडा का ज्ञात हो गया। आखण तो भाव हर थां ते हे मालिक प्रभु तेरा ही वो दीदार करदा है जिन्हें शब्द अपने मन विच टिका लिया। ते फिर आवा गौण निवारियो कर नदर निशान। ते फिर जिसनों हर थां ते मालिक प्रभु ही दिसन लग पिया, जिन्हें मन विच शब्द नूं टिका लिया है, कहन लगे मालिक दी मेहर होई है। कर नदर निशान, निशान दा अर्थ है वो राहदारी, वो मोहर लगी है, मालिक दी मेहर दी मोहर लगी है। ਉਹਦੇ ਨਾਲ ਆਵਾ ਗਾਉਣ ਨਿਵਾਰਿਓ ਤੇ ਉਸ ਵਿਅਕਤੀ ਨੇ ਆਪਣੇ ਜੀਵਨ ਦਾ ਜਨਮ ਮਰਨ ਗੇੜ ਮੁਕਾ ਲਿਆ। ਫਿਰ ਅੱਗੇ ਆਖਦੇ ਨੇ ਅਵਤਰਿਆ ਅਵਤਾਰ ਲੈ ਸੋ ਪੁਰਖ ਸੁਜਾਨ। हे ਗੁਰੂ ਅਮਰਦਾਸ ਪਾਤਸ਼ਾਹ ਤੂੰ ਉਹ ਸੁਜਾਨ ਪੁਰਖ ਹੈ। ਅਵਤਰਿਆ ਦਾ ਅਰਥ ਹੈ ਜਿਹੜਾ ਜੰਮ ਪਿਆ ਹੈ। अवतार लै करके जगत संसार विच आ गया है। तू ओ पुरख ओ सुजान पुरख है ते इहो जिहा सुजान पुरख है कि झखड़ वाओ ना डोलई पर्वत मेरान। कहन लगे भावें किन्नी भी तेज हनेरी होवे, भावें किन्ना भी वड्डा तूफान होवे, भावें किन्ना भी वड्डा झखड़ होवे, पर वड्डे वड्डे पर्वत जिहड़े ने वो अपनी थां तो हिलिया नहीं करदे। उन्हां दे पैर जम्मे हुए ने ते वो कदे हिलिया नहीं करदे। हे गुरु अमरदास पातशाह तू ओ सुजान पुरख है, ओ अवतार लैन वाला उजागर पुरख है, जिदा भरोसा जिदा विश्वास जिदे अंदर शब्द जिहड़ा है वो बिल्कुल परबत मेरान वर्गा भी, जिथे काम क्रोध लोभ मोह हंकार दा झखड़ आउंदा है, हनेरी आउंदा है ते तां भी तू डोलदा नहीं है। इत्थे मैं एक बेनती होर सांझी करदिआं। गुरु अमरदास पातशाह महाराज दा जदों जीवन असीं पढ़दे हां ते नाल ये भाई सत्ता जी वालों लिखी हुई पंक्ति के झखड़ वाओ ना डोली। झखड़ डाड़ा सियारी है, झखड़ विच ना डोलई वो कदे डोलदा नहीं है। और उस दे ना डोलन दी उदाहरण सब तो पहले दिन उदों प्रगट हुई है जिस वेले दीवान सजिया होया है, शाम वेले दा दीवान है ते बाबा दातू जी इस गल का गुस्सा करी बैठे ने भी गुरता गद्दी ते मेरे पिता दी सी ते मैनू मिलनी चाहिए सी, इस सेवक नूं क्यों मिली है। ते कहंदे ने भी उन्होंने गुरु अमरदास पातशाह नूं उस भरे दीवान दे अंदर अपने पैर नाल ठुड्डा मार दिता है। चेता रखना आम सुभावक बिल्कुल इसे तरह भी कोई व्यक्ति साडे ते वधीकी करदा, सानू उच्चा बोल बोलदा, एक बोल बोले तो असीं चार सुनाउण तक जाने आ। कोई एक बारी वधीकी करदा ते चार बारी वधीकियां करदे आ। पर इत्थे गुर अमरदास पातशाह महाराज दा अंदर सहज अंदर प्यार अंदर टिका वो जिहड़ा इस तरह का है भी बाबा दातू जी नूं अगों ये आखदे ने भी मेरे ते हड्ड करड़े ने ते तुहाडे कोमल चरनां नूं सट लग गई होवेगी। चेता रखना किसी सहज विच टिके हुए दा परबत मेरान वांग जिस दा हौसला है, परबत मेरान वांग जिस दे अंदर जिहड़ा है वो टिका बनया होया है, उहदी जुबान तो ही इहो जे बचन शोभदे ने। ते याद रखना इहो जे बचन जिहड़े ने बिल्कुल दूजे ते सब तो वड्डा असर करदे ने। किथे ते वो सोचदा भी जे मैं इधर नूं ठुड्डा मारांगा तो हो सकदा है भी मेरे उत्ते भी उस तरह दा वार होवे। ते किथे जिहड़ा गुरु अमरदास पातशाह ने अपने अंदर दी ते ओहदे अंदर दी क्रोध दी अग नूं शांत करन वास्ते सगों उल्टा आखिया भी मेरे बुढ़े हड्डां दे नाल सख्त हड्डां दे नाल तुहाडे चरनां नूं ना किते सट लग गई होवे, मैं इस गल दी खिमा लैंदा हां। झखड़ वाओ ना डोलई परबत मैदान, गुरु के शब्द दा टिका इस तरह दा है। मैं इत्थे बेनती करदिआं जीवन दे अंदर दुख भी ते सुख भी वापरदे रहिंदे ने, आउंदे रहिंदे ने। असीं की करदे हां भी जिस वेले जीवन विच कोई वड्डा दुख आया ते पहले ते थोड़े दिन ते जरूर असीं आ करके तरले करदे हां, गुरु कोल बेनतियां करदे हां, अरदासां करदे हां भी मेरा दुख दूर हो जावे। ते कुछ समय तो बाद साडा भरोसा थिड़कन लग पैंदा है। कुछ तो समय तो बाद असीं जिहड़ा इंज आखी भी अरदासां करनियां भी बंद करदे हां। इंज भी कह लईए
कि फिर व्यक्ति जिहड़ा भी इस थां नूं छड्ड करके किसी दूजे थां ते भी भटकण तुर पैंदा है। कोई धागियां तवीतां वाले पासे तुर पैंदा है, कोई पुच्छां वाले पासे, कोई आपू बने सियाणियां वाले पासे तुर पैंदा है। पर याद रखना, गुर अमरदास पातशाह जी के जीवन विचों इस गल नूं समझ लईए भी झक्खड़ वाओ ना डोलई पर्बत मेरान। गुरु के सिख का भरोसा विश्वास जिहड़ा है वो गुरु अमरदास पातशाह महाराज वर्गा इस तरह का होवे भी जिहड़ा काम क्रोध लोभ मोह अहंकार दी किन्नी भी हनेरी आवे, किन्ना भी झक्खड़ आवे, पर वो डोलदा नहीं है। जाने बिरथा जी की जानी हूँ जान। कहन लगे, हे गुरु अमरदास, तू ते जीवां दे अंदर दी हर एक पीड़ा नूं, हर एक दर्द नूं जाणदा है ते उस दर्द नूं तू दूर करन वाला भी है। इन्ने गुणां दा जिक्र करदिआं आखिर विच भाई सत्ता जी आखदे ने, क्या सलाही सच्चे पातशाह जां तू सुगड़ सजान। हे सदा थिर रहन वाले पातशाह रूप गुरु अमरदास, मैं तेरी सिफत विच होर की बोल आखां। जिन्ने को बोल मेरे तो आखे गए ने, जिन्नी को मेरी समर्था सी ਉਹਦੇ ਵਿੱਚ मैं तेनों बयान किया, पर सारी दी सारी तेरी वडियाई आखी नहीं जा सकती, बोली नहीं जा सकती। तू सुगड़ सुजान, तू सुगड़ सुंदर आत्मा वाला ते सियाणा दाना पुरख है। हुण मैं तेरे चरनां विच एक बेनती करन लगा, दान जे सतगुर भाव सी सो सत्ते दान। कहन लगे, हे सतगुर, मैनू सत्ते नूं दान चाहिदा है, बख्शिश चाहिदी है, पर यह चाहिदी भी जो तैनू चंगा लगे। अपनी कोई मेरी इच्छा नहीं है भी मैनू आ भी दे दे। असीं की करते हैं भी असीं अपनी मर्जी दियां वस्तुआं मंगण वास्ते घरों लिस्ट बना करके तुरदे हां ते इत्थे गुरु का हुक्म चल रहा हुंदा है, वो सुनण दी बजाय असीं अपणियां मंगां रखदे हां भी आ भी दे दे, आ भी दे दे, मैनूं ये भी चाहिदा है। गुरु का शब्द नहीं सुनिया। चेता रखना, जे असीं गुरु दी नहीं सुनांगे तो फिर गुरु साडी किवें सुनेगा। जे असीं गुरु का शब्द, गुरु का सिद्धांत, गुरु की विचार नहीं सुनांगे तो फिर एक किवें असीं हक जमावांगे भी गुरु साडी सुन लवे। ते इत्थे भाई सत्ता जी ने लिखिया भी दान जे सतगुरु भाव सी, मैनूं वो दान चंगा है, मेरे वास्ते वो दान चंगा है जो सतगुरु नूं पाउंदा है। सो सत्ते दान, वो सत्ते वास्ते दान है। भाई गुरदास जी की एक पंक्ति मैं सांझी करां, उहदे च उन्होंने जिक्र किया भी मालिक दा भाणा जिहड़ा है, जिस व्यक्ति नूं भा जावे ते वो व्यक्ति परमात्मा नूं भा जांदा है। जिस व्यक्ति नूं मालिक दा भाणा भा जावे वो व्यक्ति परमात्मा नूं भी भा जांदा है, परमात्मा नूं भी प्यारा लगदा है। खसमै सोई भावदा खसमै दा जिस भाणा भावै। ते इत्थे आखिया दान जे सतगुर भाव सी सो सत्ते दान, मैनूं ते वो दान चाहीदा है। नानक हंदा छत्र सिर उम्मत हैरान। हे अजिहे गुणा वाले गुरु अमरदास पातशाह, तेरे सिर उत्ते जिहड़ा है वो मेहर दा, किरपा दा, गुरियाई छत्र जिहड़ा है झुलदा है। उम्मत हैरान, भावें लोकाई जिहड़ी है बिल्कुल हैरान हो रही है। आखण तो भाव तेरी वडियाई पई कर रही है। पर हे मालिक, सो टिक्का सो बहना सोई दीवान। कहन लगे, तू ओही टिकिया होया है, भाव तेरे उत्ते ओही कुदरती नूर है। तू उसे ही तख्त उत्ते विराजमान है, तू ओही दरबार पिया सजाउंदा है। ते फिर अखीर विच आख्या, पीऊ दादे जे वेखा पुत्रा परवान। जिवें गुरु नानक साहब महाराज दादा रूप उन्हां दीआं नज़रां विच पिता रूप गुरु अंगद साहब प्रवान हो गए ने, ते इवें अज उस गुरता गद्दी का वारस, उस गुरता गद्दी दे लायक जिहड़ा पोतरा रूप गुरु अमरदास पातशाह प्रवान हो गया। सतगुरु मेहर करे गुरु अमरदास पातशाह महाराज के जीवन तो अते भाई सत्ता जी द्वारा इस पौड़ी विच दर्शाए गए गुणां नूं असीं भी अपने जीवन का आधार बनाइए। इत्थे गुरु अमरदास पातशाह महाराज के संबंध विच अज 6वीं पौड़ी सी ते कल अते परसों 2 पौड़ियां बाकी ने, जिहदे विच कल गुरु रामदास पातशाह महाराज का जिक्र होवेगा ते परसों गुरु अर्जन साहब महाराज का। इस तरह संगत हाजियां भरना जी। होइयां बेअंत भुलां दी खिमा, फतेह नाल सांझ पाओ आखो जी। वाहिगुरू जी का खालसा, वाहिगुरू जी की फतेह।